ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਅਮਰੀਕਾ ਨੇ ਭਾਰਤੀ ਵੀਜ਼ਾ ਬਿਨੇਕਾਰਾਂ ਨੂੰ 31 ਦਸੰਬਰ ਤੱਕ ਦਿੱਤੀ ਵੱਡੀ ਛੋਟ। ਰੂਸ ਯੂਕਰੇਨ ਯੁੱਧ ਦਾ 5ਵਾਂ ਦਿਨ, ਹੁਣ ਤੱਕ 14 ਬੱਚਿਆਂ ਸਮੇਤ 352 ਲੋਕਾਂ ਦੀ ਮੌਤ। ਰੂਸ ਨਾਲ ਗੱਲਬਾਤ ਲਈ ਮੰਨਿਆ ਯੂਕਰੇਨ। ਬੈਲਾਰੂਸ ਬਾਰਡਰ ਤੇ ਹੋਵੇਗੀ ਮੀਟਿੰਗ। ਯੂਕਰੇਨ ਸੰਕਟ ਤੇ ਸੁਰੱਖਿਆ ਪਰਿਸ਼ਦ ਵਿੱਚ ਭਾਰਤ ਨੇ ਇੱਕ ਵਾਰ ਫਿਰ ਵੋਟਿੰਗ ਤੋਂ ਬਣਾਈ ਦੂਰੀ। ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਦੀ ਹੋ ਰਹੀ ਕੁੱਟਮਾਰ, ਪੁਲਿਸ ਦੇ ਜ਼ੁਲਮਾਂ ਦੀ ਵੀਡੀਓ ਆਈ ਸਾਹਮਣੇ। ਆਸਟ੍ਰੇਲੀਆ ਨੇ ਰੂਸ ਵਿਰੁੱਧ ਨਵੀਆਂ ਪਾਬੰਦੀਆਂ ਦਾ ਕੀਤਾ ਐਲਾਨ, ਪੁਤਿਨ ਤੇ ਲਗਾਈ ਯਾਤਰਾ ਪਾਬੰਦੀ। ਆਪਣੇ ਨਾਗਰਿਕਾਂ ਨੂੰ ਹਥਿਆਰ ਦੇਣ ਨਾਲ ਯੂਕਰੇਨ ਵਿੱਚ ਸ਼ੁਰੂ ਹੋਈਆਂ ਲੁੱਟ ਖੋਹ ਦੀਆਂ ਘਟਨਾਵਾਂ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ ਨੇ ਇਸ ਸਾਲ 31 ਦਸੰਬਰ ਤੱਕ ਭਾਰਤ ਵਿੱਚ ਆਪਣੇ ਦੂਤਘਰਾਂ ਵਿੱਚ ਵਿਦਿਆਰਥੀਆਂ ਅਤੇ ਕਰਮਚਾਰੀਆਂ ਸਮੇਤ ਕਈ ਵੀਜ਼ਾ ਬਿਨੇਕਾਰਾਂ ਲਈ ਵਿਅਕਤੀਗਤ ਤੌਰ ਤੇ ਹਾਜ਼ਰ ਹੋਣ ਲਈ ਅਤੇ ਇੰਟਰਵਿਊ ਦੇਣ ਦੀ ਸ਼ਰਤ ਵਿੱਚ ਢਿੱਲ ਦਿੱਤੀ ਹੈ। ਅਮਰੀਕਾ ਦੇ ਇੱਕ ਸੀਨੀਅਰ ਡਿਪਲੋਮੈਟ ਨੇ ਭਾਰਤੀ ਭਾਈਚਾਰੇ ਦੇ ਨੇਤਾਵਾਂ ਨੂੰ ਇਹ ਜਾਣਕਾਰੀ ਦਿੱਤੀ ਹੈ। ਜਿਨ੍ਹਾਂ ਬਿਨੇਕਾਰਾਂ ਨੂੰ ਛੋਟ ਦਿੱਤੀ ਗਈ ਹੈ ਉਹਨਾਂ ਵਿੱਚ ਵਿਦਿਆਰਥੀ, ਵਰਕਰ ਅਤੇ ਸੱਭਿਆਚਾਰ ਅਤੇ ਬੇਮਿਸਾਲ ਯੋਗਤਾ ਵਾਲੇ ਲੋਕ ਸ਼ਾਮਲ ਹਨ। ਦੱਖਣੀ ਏਸ਼ੀਆਈ ਕਮਿਊਨਿਟੀ ਲੀਡਰ ਅਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਏਸ਼ੀਅਨ ਅਮਰੀਕਨਾਂ ਲਈ ਸਲਾਹਕਾਰ ਅਜੇ ਜੈਨ ਭਟੂਰੀਆ ਨੇ ਦੱਖਣੀ ਮੱਧ ਏਸ਼ੀਆ ਲਈ ਸਹਾਇਕ ਵਿਦੇਸ਼ ਮੰਤਰੀ ਡੋਨਾਲਡ ਲੂ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਵੀਜ਼ਾ ਬਿਨੇਕਾਰਾਂ ਨੂੰ ਇਸ ਸਹਾਇਤਾ ਦੀ ਬਹੁਤ ਲੋੜ ਸੀ। ਇਹ ਸਾਡੇ ਦੋਸਤਾਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਲਈ ਬਹੁਤ ਮਦਦਗਾਰ ਹੋਏਗਾ ਅਤੇ ਉਹਨਾਂ ਦੀਆਂ ਬਹੁਤ ਸਾਰੀਆਂ ਚਿੰਤਾਵਾਂ ਅਤੇ ਅਸੁਵਿਧਾਵਾਂ ਦੂਰ ਹੋ ਜਾਣਗੀਆਂ। ਨਵੀਂ ਦਿੱਲੀ ਵਿੱਚ ਅਮਰੀਕੀ ਦੂਤਘਰ ਦੀ ਵੈਬਸਾਈਟ ਤੇ ਪ੍ਰਕਾਸ਼ਿਤ ਇੱਕ ਨੋਟਿਸ ਮੁਤਾਬਕ ਨਵੀਂ ਦਿੱਲੀ ਵਿੱਚ ਅਮਰੀਕੀ ਦੂਤਘਰ ਅਤੇ ਚੇਨਈ, ਹੈਦਰਾਬਾਦ, ਕੋਲਕਾਤਾ ਅਤੇ ਬੰਬਈ ਵਿੱਚ ਉਸਦੇ ਵਣਜ ਦੂਤਘਰ 2022 ਲਈ 20,000 ਤੋਂ ਵੱਧ ਵਾਧੂ ਡ੍ਰੌਪ ਬਾਕਸ ਮੁਲਾਕਾਤਾਂ ਜਾਰੀ ਕਰੇਗਾ ਤਾਂ ਜੋ ਯੋਗ ਬਿਨੇਕਾਰਾਂ ਨੂੰ ਇੰਟਰਵਿਊ ਛੋਟ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ ਜਾ ਸਕੇ। ਯੂਕਰੇਨ ਦੇ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਰੂਸੀ ਹਮਲੇ ਵਿੱਚ ਹੁਣ ਤੱਕ 14 ਬੱਚਿਆਂ ਸਮੇਤ 352 ਯੂਕਰੇਨੀ ਮਾਰੇ ਗਏ ਨੇ ਅਤੇ 116 ਬੱਚਿਆਂ ਸਮੇਤ 1,684 ਲੋਕ ਜ਼ਖਮੀ ਹੋਏ ਨੇ। ਮੰਤਰਾਲੇ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਜਾਣਕਾਰੀ ਦਿੱਤੀ ਹੈ, ਪਰ ਉਸਨੇ ਇਹ ਨਹੀਂ ਦੱਸਿਆ ਕਿ ਯੂਕਰੇਨੀ ਹਥਿਆਰਬੰਦ ਬਲਾਂ ਦੇ ਕਿੰਨੇ ਜਵਾਨ ਜ਼ਖਮੀ ਹੋਏ ਨੇ। ਰੂਸ ਨੇ ਦਾਅਵਾ ਕੀਤਾ ਹੈ ਕਿ ਉਸਦੀਆਂ ਫੌਜਾਂ ਸਿਰਫ ਯੂਕਰੇਨ ਵਿੱਚ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਹੀਆਂ ਨੇ ਅਤੇ ਯੂਕਰੇਨ ਵਿੱਚ ਨਾਗਰਿਕਾਂ ਨੂੰ ਕੋਈ ਖਤਰਾ ਨਹੀਂ ਹੈ। ਉੱਥੇ ਰੂਸ ਦੇ ਰੱਖਿਆ ਮੰਤਰਾਲੇ ਨੇ ਐਤਵਾਰ ਨੂੰ ਸਿਰਫ ਇਹ ਸਵੀਕਾਰ ਕੀਤਾ ਕਿ ਰੂਸੀ ਸੈਨਿਕ ਹਲਾਕ ਹੋ ਗਏ ਨੇ, ਪਰ ਸੰਖਿਆ ਨਹੀਂ ਦੱਸੀ। ਰੂਸੀ ਲਈ ਯੂਰਪੀ ਸੰਘ ਦੇ ਹਵਾਈ ਖੇਤਰ ਨੂੰ ਬੰਦ ਕਰਨ ਤੋਂ ਬਾਅਦ ਫਰਾਂਸ ਦੇ ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਆਪਣੇ ਨਾਗਰਿਕਾਂ ਨੂੰ ਤੁਰੰਤ ਰੂਸ ਛੱਡਣ ਲਈ ਕਿਹਾ ਹੈ। ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਰੂਸ ਅਤੇ ਯੂਰਪ ਦੇ ਵਿਚਕਾਰ ਹਵਾਈ ਮਾਰਗਾਂ ਤੇ ਵਧਦੀਆਂ ਪਾਬੰਦੀਆਂ ਕਾਰਨ ਫਰਾਂਸੀਸੀ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਵਰਤਮਾਨ ਵਿੱਚ ਰੂਸ ਵਿੱਚ ਕੰਮ ਕਰ ਰਹੀਆਂ ਏਅਰਲਾਈਨਾਂ ਦੁਆਰਾ ਬਿਨਾਂ ਕਿਸੇ ਦੇਰੀ ਦੇ ਦੇਸ਼ ਛੱਡਣ ਦੀ ਵਿਵਸਥਾ ਕਰੋ। ਮੰਤਰਾਲੇ ਦੇ ਅਨੁਸਾਰ ਯੂਰੋਪੀਅਨ ਯੂਨੀਅਨ ਦੁਆਰਾ ਰੂਸ ਲਈ ਆਪਣਾ ਹਵਾਈ ਖੇਤਰ ਬੰਦ ਕਰਨ ਦੇ ਫੈਸਲੇ ਤੋਂ ਬਾਅਦ ਏਅਰ ਫਰਾਂਸ ਸਮੇਤ ਕਈ ਯੂਰੋਪੀਅਨ ਕੰਪਨੀਆਂ ਨੇ ਰੂਸ ਵਿੱਚ ਉਡਾਣ ਬੰਦ ਕਰ ਦਿੱਤੀਆਂ ਨੇ। ਇਸ ਦੇ ਨਾਲ ਹੀ ਇੱਕ ਹੋਰ ਨੋਟਿਸ ਵਿੱਚ ਮੰਤਰਾਲਾ ਨੇ ਬੈਲਾਰੂਸ ਨੂੰ ਤੁਰੰਤ ਛੱਡਣ ਲਈ ਕਿਹਾ ਹੈ। ਮੰਤਰਾਲੇ ਨੇ ਕਿਹਾ ਕਿ ਬੈਲਾਰੂਸ ਵਿੱਚ ਫਰਾਂਸੀਸੀ ਨਾਗਰਿਕਾਂ ਨੂੰ ਲੁਥਾਨੀਆ, ਪੋਲੈਂਡ ਜਾਂ ਲਤਾਵੀਆ ਰਾਹੀਂ ਸੜਕਾਂ ਰਾਹੀਂ ਬਿਨਾਂ ਦੇਰੀ ਕੀਤੇ ਦੇਸ਼ ਛੱਡਣ ਦੀ ਅਪੀਲ ਕੀਤੀ ਜਾਂਦੀ ਹੈ। ਰੂਸ ਲਗਾਤਾਰ ਯੂਕਰੇਨ ਤੇ ਤਾਬੜਤੋੜ ਹਮਲੇ ਕਰ ਰਿਹਾ ਹੈ। ਕਈ ਹਵਾਈ ਅੱਡਿਆਂ, ਇੰਧਨ ਕੇਂਦਰਾਂ ਤੇ ਹੋਰ ਸੰਸਥਾਵਾਂ ਤੇ ਹਮਲੇ ਤੋਂ ਬਾਅਦ ਰੂਸੀ ਸੈਨਾ ਐਤਵਾਰ ਨੂੰ ਯੂਕਰੇਨ ਦੇ ਸਭ ਤੋਂ ਵੱਡੇ ਸ਼ਹਿਰ ਖਾਰਕਿਵ ਵਿੱਚ ਦਾਖਲ ਹੋ ਗਈ ਹੈ ਤੇ ਉਹ ਦੱਖਣੀ ਇਲਾਕੇ ਵਿੱਚ ਸਥਿਤ ਰਣਨੀਤਿਕ ਬੰਦਰਗਾਹਾਂ ਤੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਵਿਚਾਲੇ ਯੂਕਰੇਨ ਬੈਲਾਰੂਸ ਵਿੱਚ ਰੂਸ ਨਾਲ ਗੱਲਬਾਤ ਕਰਨ ਲਈ ਤਿਆਰ ਹੋ ਗਿਆ ਹੈ। ਉਸਨੇ ਆਪਣੀ ਸਹਿਮਤੀ ਦੇ ਦਿੱਤੀ ਹੈ। ਯੂਕਰੇਨ ਨੇ ਬੈਲਾਰੂਸ ਬਾਰਡਰ ਤੇ ਬੈਠਕ ਦੀ ਪੁਸ਼ਟੀ ਕੀਤੀ ਹੈ। ਯੂਕਰੇਨੀ ਵਫਦ ਰੂਸੀ ਧਿਰ ਨਾਲ ਗੱਲਬਾਤ ਕਰਨ ਲਈ ਗੋਮੇਲ ਲਈ ਰਵਾਨਾ ਹੋ ਚੁੱਕੇ ਨੇ। ਰੂਸੀ ਮੀਡੀਆ ਨੇ ਕਿਹਾ ਕਿ ਅਪਡੇਟ ਬੈਲਾਰੂਸੀ ਨੇਤਾ ਲੁਕਾਸ਼ੈਂਕੋ ਵੱਲੋਂ ਆਪਣੇ ਯੂਕਰੇਨੀ ਹਮਰੁਤਬਾ ਨਾਲ ਆਖਰੀ ਘੰਟੇ ਵਿੱਚ ਗੱਲ ਕਰਨ ਤੋਂ ਬਾਅਦ ਆਇਆ ਹੈ। ਇਸ ਤੋਂ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਉਹਨਾਂ ਦਾ ਦੇਸ਼ ਰੂਸ ਨਾਲ ਸ਼ਾਂਤੀ ਵਾਰਤਾ ਕਰਨ ਲਈ ਤਿਆਰ ਹੈ, ਪਰ ਬੈਲਾਰੂਸ ਵਿੱਚ ਨਹੀਂ, ਜੋ ਮਾਸਕੋ ਦੇ 3 ਦਿਨ ਤੋਂ ਚੱਲ ਰਹੇ ਹਮਲੇ ਲਈ ਜ਼ਮੀਨੀ ਮਦਦ ਕਰ ਰਿਹਾ ਹੈ। ਜ਼ੇਲੈਂਸਕੀ ਨੇ ਐਤਵਾਰ ਨੂੰ ਇੱਕ ਵੀਡੀਓ ਸੰਦੇਸ਼ ਵਿੱਚ ਗੱਲਬਾਤ ਦੇ ਬਦਲਵੇਂ ਸਥਾਨਾਂ ਵਜੋਂ ਵਾਰਸਾ, ਬ੍ਰਾਤਿਸਲਾਵਾ, ਇਸਤਾਂਬੁਲ, ਬੁਡਾਪੇਸਟ ਜਾਂ ਬਾਕੂ ਦਾ ਨਾਂ ਲਿਆ। ਰੂਸ ਨੇ ਯੂਕਰੇਨ ਨੂੰ ਗੱਲਬਾਤ ਲਈ ਵਿਚਾਰ
ਵਿਚਾਰ ਕਰਨ ਲਈ 2 ਘੰਟੇ ਦਾ ਅਲਟੀਮੇਟਮ ਦਿੱਤਾ ਸੀ। ਰੂਸ ਨੇ ਕਿਹਾ ਕਿ 2 ਘੰਟੇ ਵਿੱਚ ਯੂਕਰੇਨ ਸੋਚ ਲਵੇ ਕਿ ਗੱਲ ਕਰਨੀ ਹੈ ਜਾਂ ਨਹੀਂ ਤਾਂ ਖੂਨ ਖਰਾਬੇ ਦਾ ਜ਼ਿੰਮੇਵਾਰ ਯੂਕਰੇਨ ਹੋਏਗਾ। ਦੂਜੇ ਪਾਸੇ ਨਾਟੋ ਦੇ ਹਮਲਾਵਰ ਬਿਆਨਾਂ ਤੇ ਰੂਸੀ ਪਰਮਾਣੂ ਪ੍ਰਤੀਰੋਧਕ ਦਸਤਿਆਂ ਨੂੰ ਹਾਈ ਅਲਰਟ ਤੇ ਰਹਿਣ ਲਈ ਕਿਹਾ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਐਤਵਾਰ ਨੂੰ ਨਾਟੋ ਦੇ ਹਮਲਾਵਰ ਬਿਆਨਾਂ ਤੋਂ ਬਾਅਦ सेना ਨੂੰ देश के परमाणु रोकू दस्तिਆਂ ਨੂੰ हाई अलर्ट ਤੇ ਰਹਿਣ ਦਾ ਹੁਕਮ ਦਿੱਤਾ ਹੈ। ਪੁਤਿਨ ਨੇ ਕਿਹਾ ਕਿ ਗੱਠਜੋੜ ਨੇ ਨਾ ਸਿਰਫ ਆਰਥਿਕ ਖੇਤਰ ਵਿੱਚ ਰੂਸ ਦੇ ਖਿਲਾਫ ਅਸਭਿਅਕ ਕਾਰਵਾਈ ਕੀਤੀ ਹੈ, ਸਗੋਂ ਸੀਨੀਅਰ ਅਧਿਕਾਰੀਆਂ ਨੂੰ ਮਾਸਕੋ ਦੀ ਦੇਸ਼ਾਂ ਵਿੱਚ ਹਮਲਾਵਰ ਬਿਆਨ ਦੇਣ ਦੀ ਆਗਿਆ ਦਿੱਤੀ ਹੈ। यूक्रेन ते रूस के हमले के मुद्दे ते संयुक्त राष्ट्र की 193 मैंबरी जनरल असैंबली का एमरजेंसी विशेष सैशन बुलाउण ते सुरक्षा परिषद विच हुई वोटिंग विच भारत ने हिस्सा नहीं लिया। इस तो 2 दिन पहला यूक्रेन विरुद्ध रूसी हमले ते संयुक्त राष्ट्र सुरक्षा परिषद के एक प्रस्ताव नूं रूस ने वीटो जरिए रोक दिता सी। विशेष सैशन बुलाउण ते वोट पाउण लई 15 मैंबरी सुरक्षा परिषद की बैठक एतवार दोपहर ਨੂੰ ਹੋਈ। 1950 ਤੋਂ ਲੈ ਕੇ ਹੁਣ ਤੱਕ ਜਨਰਲ ਅਸੈਂਬਲੀ ਦੇ ਅਜਿਹੇ ਸਿਰਫ 10 ਸੈਸ਼ਨ ਬੁਲਾਏ ਗਏ ਨੇ। ਭਾਰਤ VOTING ਤੋਂ ਦੂਰ ਰਿਹਾ, ਜਦੋਂ ਕਿ ਰੂਸ ਨੇ ਇਸ ਮਤੇ ਦੇ ਵਿਰੋਧ ਵਿੱਚ ਵੋਟ ਕੀਤੀ ਅਤੇ ਕੌਂਸਲ ਦੇ 11 ਮੈਂਬਰਾਂ ਨੇ ਇਸ ਸਮਰਥਨ ਵਿੱਚ ਵੋਟ ਕੀਤੀ। ਸੈਸ਼ਨ ਬੁਲਾਉਣ ਲਈ VOTING ਪ੍ਰਕਿਰਿਆ ਦੌਰਾਨ ਸੁਰੱਖਿਆ परिषद ਦੇ 5 ਸਥਾਈ ਮੈਂਬਰ ਚੀਨ, फ्रांस, रूस, ब्रिटेन ਅਤੇ ਅਮਰੀਕਾ ਆਪਣੀ ਵੀਟੋ ਸ਼ਕਤੀ ਦੀ ਵਰਤੋਂ ਨਹੀਂ ਕਰ ਸਕਦੇ ਸਨ। ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਦੇ ਨਾਲ ਯੂਕਰੇਨ ਦੀ ਪੁਲਿਸ ਜ਼ੁਲਮ ਕਰ ਰਹੀ ਹੈ। रोमानिया बॉर्डर ते भारतीय विद्यार्थियों की बुरी तरह कुटमार की जा रही है। इन्ना ही नहीं, विरोध करन ते डंडे मारे जा रहे ने। यूक्रेन विच फसे एक विद्यार्थी ने यूक्रेन पुलिस ते जुल्म दा वीडियो शेयर किया। उधर दूजे पासे एक मैडिकल विद्यार्थी ने अपनी आप बीती भी परिवार नूं दसी है, जिसकी ऑडियो वायरल हो गई। वायरल ऑडियो विच हिंदुस्तान के मैडिकल विद्यार्थी उन्हां नाल हो रहे जुल्म की कहानी दसते हुए यूक्रेन पुलिस का खूंखार चेहरा सामने लिया रही है। यूक्रेन विच फसे MBBS विद्यार्थियों को लैके उत्तराखंड विच उन्हां दे परिवार काफ़ी परेशान ने। यूक्रेन के इवानो शहर तो रोमानिया बॉर्डर पहुंचे भारतीय विद्यार्थियों के नाल नाइजीरिया और साउथ अफ्रीका के विद्यार्थियों ने हथोपाई की है और अखां 'च मिर्चां का पाउडर स्प्रे कर दिता है, जिस नाल मची भगदड़ विच कई बच्चों के फोन और होर समान डिग पिया। इस दौरान कई विद्यार्थियां जख्मी भी हो गईयां। भाजपा अध्यापक सैल के गढ़वाल मंडल के इंचार्ज प्रदीप त्यागी की भणेवी तमन्ना त्यागी ने सवेरे 4 बजे फोन करके दस्सिया कि भारतीय विद्यार्थियों को इवानो शहर तो रोमानिया बॉर्डर लिजाया गया, जिथे पहला विद्यार्थियों को रोमानिया विच दाखले लई लाइन लगवाई जा रही सी, पर इत्थे नाइजीरिया और दक्षिणी अफ्रीका के विद्यार्थियों ने भारतीय विद्यार्थियों को रोमानिया विच दाखल होने तो रोक दिता है। उन्होंने भारतीय विद्यार्थियों नाल हथोपाई भी की है, जिस नाल उत्थे भगदड़ मच गई है। इस दौरान एक लड़की का पैर जख्मी हो गया। कई विद्यार्थियों के मोबाइल फोन ते होर समान भी गुआच गया। खुद तमन्ना किसी होर दे फोन तो कॉल कर रही सी। बाद विच तमन्ना दे एक साथी ने यूक्रेन तो फोन करके दस्सिया कि लड़कियां तो रोमानिया विच सुरक्षित दाखल हो गईयां, पर लड़कियां नूं अजे तक यूक्रेन बॉर्डर ते ही रोकिया होया है। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਸੋਮਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਰੂਸੀ ਸੁਰੱਖਿਆ ਪਰਿਸ਼ਦ ਦੇ ਮੈਂਬਰਾਂ ਤੇ ਨਵੀਆਂ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਹੈ। ਮੌਰਿਸਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਯੂਕਰੇਨ ਖਿਲਾਫ ਉਹਨਾਂ ਦੀ ਘਿਨਾਉਣੀ ਅਣਉਚਿਤ ਜੰਗ ਲਈ ਜਵਾਬਦੇਹ ਠਹਿਰਾ ਰਹੇ ਹਾਂ। ਬੀਤੀ ਅੱਧੀ ਰਾਤ ਤੋਂ ਆਸਟ੍ਰੇਲੀਆ ਵੱਲੋਂ ਬੀਤੀ ਅਤੇ ਯਾਤਰਾ ਪਾਬੰਦੀਆਂ ਰੂਸੀ ਰਾਸ਼ਟਰਪਤੀ ਅਤੇ ਰੂਸੀ ਸੁਰੱਖਿਆ ਕੌਂਸਲ ਦੇ ਬਾਕੀ ਸਥਾਈ ਮੈਂਬਰਾਂ, ਵਿਦੇਸ਼ ਮੰਤਰੀ ਸਰਗੇਈ, ਰੱਖਿਆ ਮੰਤਰੀ ਸਰਗੇਈ ਸ਼ੋਇੰਗ, ਪ੍ਰਧਾਨ ਮੰਤਰੀ ਮਿਖਾਇਲ ਅਤੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਵਲਾਦੀਮੀਰ ਤੇ ਲਾਗੂ ਹੋ ਗਈਆਂ ਨੇ। ਉਹਨਾਂ ਨੇ ਅੱਗੇ ਕਿਹਾ ਕਿ ਆਸਟ੍ਰੇਲੀਆ ਸਭ ਤੋਂ ਤਾਜ਼ਾ ਰੂਸ ਵਿਰੋਧੀ ਉਪਮਾਵਾਂ ਦਾ ਸਮਰਥਨ ਕਰਦਾ ਹੈ, ਜਿਸ ਵਿੱਚ ਕੁਝ ਰੂਸੀ ਬੈਂਕਾਂ ਨੂੰ ਸੁਸਾਇਟੀ ਫਾਰ ਵਰਲਡ ਵਾਈਡ ਇੰਟਰਬੈਂਕ ਫਾਈਨੈਂਸ਼ੀਅਲ ਟੈਲੀਕਮਿਊਨੀਕੇਸ਼ਨ ਤੋਂ ਡਿਸਕਨੈਕਟ ਕਰਨਾ ਸ਼ਾਮਲ ਹੈ। ਮੌਰਿਸਨ ਨੇ ਕਿਹਾ ਕਿ ਆਸਟ੍ਰੇਲੀਆ ਰੂਸ ਤੇ ਹੋਰ ਆਰਥਿਕ ਪਾਬੰਦੀਆਂ ਲਗਾਉਣ ਲਈ ਸਹਿਯੋਗੀਆਂ ਅਤੇ ਸਮਾਨ ਸੋਚ ਵਾਲੇ ਦੇਸ਼ਾਂ ਨਾਲ ਕੰਮ ਕਰਨਾ ਜਾਰੀ ਰੱਖੇਗਾ। ਉਹ ਰੂਸ ਦੇ ਸਭ ਤੋਂ ਪ੍ਰਭਾਵਸ਼ਾਲੀ ਰਾਜਨੀਤਿਕ ਅਤੇ ਫੌਜੀ ਨਾਇਕਾਂ ਦੇ ਵਿਰੁੱਧ ਹਾਲ ਹੀ ਦੇ ਦਿਨਾਂ ਵਿੱਚ ਲਾਗੂ ਯਾਤਰਾ ਪਾਬੰਦੀਆਂ ਅਤੇ ਸੰਪ੍ਰਿਤ ਫ੍ਰੀਜ਼ ਦੇ ਬੇੜੇ ਨੂੰ ਅੱਗੇ ਵਧਾਏਗਾ। ਉਹਨਾਂ ਨੇ ਦੁਹਰਾਇਆ ਕਿ ਆਸਟ੍ਰੇਲੀਆ ਕੀਵ ਨੂੰ ਘਾਤਕ ਫੌਜੀ ਉਪਕਰਣ ਅਤੇ ਹੋਰ ਸਹਾਇਤਾ ਪ੍ਰਦਾਨ ਕਰਨ ਲਈ ਨਾਟੋ ਨਾਲ ਕੰਮ ਕਰੇਗਾ। ਮੌਰਿਸਨ ਨੇ ਕਿਹਾ ਕਿ ਤੁਰੰਤ ਉਪਾਅ ਵਜੋਂ ਗੈਰ ਘਾਤਕ ਫੌਜੀ ਉਪਕਰਣਾਂ ਅਤੇ ਡਾਕਟਰੀ ਸਪਲਾਈ ਦੀ ਸਹਾਇਤਾ ਲਈ ਆਸਟ੍ਰੇਲੀਆ ਯੂਕਰੇਨ ਲਈ ਨਾਟੋ ਦੇ ਟਰਸਟ ਫੰਡ ਵਿੱਚ $3 ਮਿਲੀਅਨ ਅਮਰੀਕੀ ਡਾਲਰ ਦਾ ਯੋਗਦਾਨ ਦੇਵੇਗਾ। ਸਾਡੇ ਭਾਈਵਾਲਾਂ ਨਾਲ ਘਾਤਕ ਫੌਜੀ ਉਪਕਰਣ ਦੇ ਆਸਟ੍ਰੇਲੀਆ ਦੇ ਯੋਗਦਾਨ ਦੇ ਵੇਰਵਿਆਂ ਤੇ ਕੰਮ ਕੀਤਾ ਜਾ ਰਿਹਾ ਅਤੇ ਜਲਦ ਹੀ ਇਸ ਦੀ ਘੋਸ਼ਣਾ ਕੀਤੀ ਜਾਏਗੀ। ਮੌਰਿਸਨ ਦੇ ਬਿਆਨ ਦੇ ਅਨੁਸਾਰ ਆਸਟ੍ਰੇਲੀਆਈ ਸਰਕਾਰ, ਯੂਰੋਪੀਅਨ ਕਮਿਸ਼ਨ, ਫਰਾਂਸ, ਜਰਮਨੀ, ਇਟਲੀ, ਯੂਨਾਈਟਿਡ ਕਿੰਗਡਮ,
ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਦੁਆਰਾ ਪ੍ਰਮੁੱਖ ਰੂਸੀ ਬੈਂਕਾਂ, ਸੰਸਥਾਵਾਂ ਅਤੇ ਵਿਅਕਤੀਆਂ ਵਿਰੁੱਧ ਹੋਰ ਪਾਬੰਦੀਆਂ ਵਾਲੇ ਆਰਥਿਕ ਉਪਾਵਾਂ ਦੇ ਐਲਾਨਾਂ ਦਾ ਜ਼ੋਰਦਾਰ ਸਮਰਥਨ ਕਰਦੀ ਹੈ। ਮੌਰਿਸਨ ਨੇ ਅੱਗੇ ਕਿਹਾ ਕਿ ਇਹ ਸਾਰੇ ਉਪਾਅ ਅੰਤਰਰਾਸ਼ਟਰੀ ਵਿੱਤੀ ਪ੍ਰਣਾਲੀ ਤੋਂ ਰੂਸ ਦੇ ਮੁੱਖ ਬੈਂਕਾਂ ਨੂੰ ਡਿਸਕਨੈਕਟ ਕਰਕੇ ਰੂਸੀ ਵਪਾਰ ਅਤੇ ਨਿਵੇਸ਼ ਤੇ ਪ੍ਰਵਾਹ ਨੂੰ ਵਿਗਾੜ ਕੇ ਰੂਸੀ ਅਰਥ ਵਿਵਸਥਾ ਤੇ ਗੰਭੀਰ ਪ੍ਰਭਾਵ ਪਾਉਣਗੇ ਔਰ ਰੂਸ ਦੇ ਵਿਦੇਸ਼ ਭੰਡਾਰ ਨੂੰ ਵੀ ਪ੍ਰਭਾਵਿਤ ਕਰਨਗੇ। ਯੂਕਰੇਨ ਵਿੱਚ ਹਾਲਾਤ ਖਰਾਬ ਹੁੰਦੇ ਜਾ ਰਹੇ ਨੇ, ਜਿਸ ਨਾਲ ਭਾਰਤੀ ਵਿਦਿਆਰਥੀਆਂ ਦੇ ਵਾਪਸ ਆਉਣ ਨੂੰ ਲੈ ਕੇ ਚਿੰਤਾ ਵੱਧਦੀ ਜਾ ਰਹੀ। ਯੂਕਰੇਨ ਵਿੱਚ ਵੱਖ-ਵੱਖ ਥਾਵਾਂ ਤੇ ਫਸੇ ਹੋਏ ਭਾਰਤੀ ਵਿਦਿਆਰਥੀਆਂ ਨਾਲ ਗੱਲ ਹੋਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਸ਼ਨੀਵਾਰ ਸਵੇਰ ਤੱਕ ਕਿਸੇ ਨਾਗਰਿਕ ਨੂੰ ਮੁਸ਼ਕਿਲ ਪੇਸ਼ ਨਹੀਂ ਆਈ ਸੀ, ਪਰ ਹੁਣ ਸਥਿਤੀ ਕੰਟਰੋਲ ਤੋਂ ਬਾਹਰ ਹੁੰਦੀ ਜਾ ਰਹੀ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਰੂਸੀ ਸੈਨਾ ਨਾਲ ਨਜਿੱਠਣ ਲਈ ਯੂਕਰੇਨ ਨੇ ਆਪਣੇ ਨਾਗਰਿਕਾਂ ਨੂੰ ਹਥਿਆਰ ਮੁਹੱਈਆ ਕਰਵਾ ਦਿੱਤੇ, ਜੋ ਕਿ ਚਿੰਤਾ ਦਾ ਵਿਸ਼ਾ ਬਣ ਕੇ ਸਾਹਮਣੇ ਆ ਰਿਹਾ ਹੈ। ਬਾਰਡਰ ਦੇ ਕਈ ਇਲਾਕਿਆਂ ਵਿੱਚ ਫਸੇ ਹੋਏ ਲੋਕਾਂ ਨੂੰ ਖਾਣੇ ਦੇ ਲਾਲੇ ਪੈ ਰਹੇ ਨੇ ਅਤੇ ਕਈ ਇਲਾਕਿਆਂ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਸ਼ੁਰੂ ਹੋ ਚੁੱਕੀਆਂ ਹਨ। ਉੱਥੇ ਫਸੇ ਹੋਏ ਦਿੱਲੀ ਦੇ ਸੁਸ਼ਾਂਤ ਨੇ ਕਿਹਾ ਕਿ ਇੱਕ ਪਾਸੇ ਰੂਸ ਨਾਲ ਗੱਲਬਾਤ ਦੀਆਂ ਗੱਲਾਂ ਹੋ ਰਹੀਆਂ ਨੇ, ਉੱਥੇ ਹੀ ਦੂਜੇ ਪਾਸੇ ਨਾਗਰਿਕਾਂ ਨੂੰ ਹਥਿਆਰ ਦੇਣ ਦੇ ਨਾਲ ਹਾਲਾਤ ਬੱਤਰ ਹੁੰਦੇ ਜਾ ਰਹੇ ਹਨ। ਜਿਨ੍ਹਾਂ ਨੂੰ ਹਥਿਆਰ ਦਿੱਤੇ ਗਏ ਨੇ ਉਹਨਾਂ ਵਿੱਚੋਂ ਕਈ ਗੈਰ ਸਮਾਜੀ ਅਨਸਰ ਆਪਣੇ ਹੀ ਦੇਸ਼ ਦੇ ਲੋਕਾਂ ਨਾਲ ਲੁੱਟ-ਖੋਹ ਦੀਆਂ ਅਪਰਾਧਿਕ ਘਟਨਾਵਾਂ ਵਿੱਚ ਲੱਗੇ ਨੇ। ਇਸ ਕੜੀ ਵਿੱਚ ਹਥਿਆਰ ਲੈ ਕੇ ਘੁੰਮਣ ਵਾਲੇ ਉਕਤ ਲੋਕ ਕਈ ਵਿਦਿਆਰਥੀਆਂ ਤੋਂ ਪੈਸੇ ਆਦਿ ਖੋਹ ਚੁੱਕੇ ਨੇ, ਜਿਸ ਕਰਕੇ ਉੱਥੇ ਆਉਣ ਵਾਲੇ ਦਿਨਾਂ 'ਚ ਸਥਿਤੀ ਹੋਰ ਵੀ ਗੰਭੀਰ ਰੂਪ ਧਾਰਨ ਕਰ ਸਕਦੀ ਹੈ। ਯੂਰੋਪੀਅਨ ਯੂਨੀਅਨ ਹੁਣ ਯੂਕਰੇਨ ਦੇ ਸਮਰਥਨ ਵਿੱਚ ਆ ਗਿਆ ਹੈ। ਯੂਰੋਪੀਅਨ ਯੂਨੀਅਨ ਨੇ ਯੂਕਰੇਨ ਦੀ ਮਦਦ ਲਈ ਵੱਡਾ ਐਲਾਨ ਕੀਤਾ। ਮੀਡੀਆ ਮੁਤਾਬਕ ਯੂਕਰੇਨ ਨੂੰ ਹਥਿਆਰ ਖਰੀਦਣ ਲਈ EU 750 ਮਿਲੀਅਨ ਯੂਰੋ ਦੀ ਮਦਦ ਕਰੇਗਾ। ਇਸ ਤੋਂ ਇਲਾਵਾ EU ਨੇ ਰੂਸੀ ਮੀਡੀਆ ਨੂੰ ਬੈਨ ਕਰ ਦਿੱਤਾ ਹੈ। ਬੈਲਾਰੂਸ ਤੇ ਪਾਬੰਦੀ ਲਾਉਣੀ ਸ਼ੁਰੂ ਕਰ ਦਿੱਤੀ ਹੈ। ਦਰਅਸਲ ਰੂਸ ਨੇ ਯੂਕਰੇਨ ਤੇ ਹਮਲੇ ਦੀ ਸ਼ੁਰੂਆਤ ਬੈਲਾਰੂਸ ਤੋਂ ਹੀ ਕੀਤੀ ਸੀ। EU ਦੀ ਪ੍ਰਧਾਨ ਨੇ ਕਿਹਾ ਕਿ ਯੂਰੋਪੀਅਨ ਯੂਨੀਅਨ ਹਮਲੇ ਦੇ ਤਹਿਤ ਇੱਕ ਦੇਸ਼ ਨੂੰ ਹਥਿਆਰਾਂ ਅਤੇ ਉਪਕਰਨਾਂ ਦੀ ਖਰੀਦ ਲਈ ਫੰਡ ਅਲਾਟ ਕਰੇਗਾ। ਅਸੀਂ ਕ੍ਰੈਮਲਿਨ ਵਿਰੁੱਧ ਆਪਣੀ ਪਾਬੰਦੀ ਵੀ ਮਜ਼ਬੂਤ ਕਰ ਰਹੇ ਹਾਂ। ਅਸੀਂ ਇਸ ਯੁੱਧ ਵਿੱਚ ਹੋਰ ਹਮਲਾਵਾਰਾਂ ਲੁਕੈਂਚਕੋ ਦੇ ਸ਼ਾਸਨ ਤੇ ਨਵੀਆਂ ਪਾਬੰਦੀਆਂ ਲਗਾਉਣ ਦੀ ਤਿਆਰੀ ਕਰ ਰਹੇ ਹਾਂ। ਯੂਰੋਪੀਅਨ ਯੂਨੀਅਨ ਵਿੱਚ 27 ਦੇਸ਼ ਨੇ। ਸਮੂਹ ਨੇ ਦੁਨੀਆ ਭਰ 'ਚ ਆਪਣੀ ਫੌਜੀ ਸਿਖਲਾਈ ਅਤੇ ਸਹਿਯੋਗੀ ਮਿਸ਼ਨ ਨੂੰ ਉਤਸ਼ਾਹਿਤ ਦੇਣ ਲਈ ਲਗਭਗ 5.7 ਅਰਬ ਯੂਰੋ ਨਾਲ ਇੱਕ ਫੰਡ ਦੀ ਸ਼ੁਰੂਆਤ ਕੀਤੀ ਹੈ। ਕੁਝ ਪੈਸੇ ਦੀ ਵਰਤੋਂ ਹਿੱਸੇਦਾਰ ਦੇਸ਼ਾਂ ਨੂੰ ਘਾਤਕ ਹਥਿਆਰ ਸਮੇਤ ਫੌਜੀਆਂ ਨੂੰ ਸਿਖਲਾਈ ਦਿੱਤੀ ਜਾ ਸਕਦੀ ਹੈ। ਅਧਿਕਾਰਤ ਸਰਕਾਰੀ ਪਾਬੰਦੀਆਂ ਤੋਂ ਇਲਾਵਾ USA ਅਤੇ ਕੈਨੇਡਾ ਵਿੱਚ ਬਾਰ ਅਤੇ ਸ਼ਰਾਬ ਦੇ ਸਟੋਰਾਂ ਨੇ ਰੂਸੀ ਵੋਡਕਾ ਅਤੇ ਹੋਰ ਰੂਸੀ ਸ਼ਰਾਬ ਵੇਚਣ ਤੋਂ ਇਨਕਾਰ ਕਰਕੇ ਯੂਕਰੇਨ ਦੇ ਹਮਲੇ ਦੇ ਜਵਾਬ ਵਿੱਚ ਰੂਸ ਨੂੰ ਆਰਥਿਕ ਤੌਰ ਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ontario ਦੇ ਵਿੱਤ ਮੰਤਰੀ ਪੀਟਰ ਨੇ ਵੀ ਟਵੀਟ ਕੀਤਾ। ontario ਯੂਕਰੇਨ ਦੇ ਲੋਕਾਂ ਵਿਰੁੱਧ ਰੂਸੀ ਸਰਕਾਰ ਦੇ ਹਮਲੇ ਦੀ ਨਿੰਦਾ ਕਰਨ ਵਿੱਚ ਕੈਨੇਡਾ ਦੇ ਸਹਿਯੋਗੀਆਂ ਨਾਲ ਜੁੜਦਾ ਹੈ ਅਤੇ ਲੀਕਰ ਕੰਟਰੋਲ ਬੋਰਡ ਆਫ ontario ਨੂੰ ਆਪਣੇ ਸਟੋਰ ਸ਼ੈਲਫਾਂ ਤੋਂ ਰੂਸ ਵਿੱਚ ਪੈਦਾ ਹੋਣ ਵਾਲੇ ਸਾਰੇ ਉਤਪਾਦਾਂ ਨੂੰ ਵਾਪਸ ਲੈਣ ਲਈ ਵੀ ਨਿਰਦੇਸ਼ ਦੇਗਾ। ਉਹਨਾਂ ਨੇ ਕਿਹਾ ਕਿ ontario ਦੇ ਲੋਕ ਹਮੇਸ਼ਾ ਜ਼ੁਲਮ ਦੇ ਖਿਲਾਫ ਖੜੇ ਰਹਿਣਗੇ। ਬੈਥਨ ਫਾਲਵੀ ਵੀ ਕੋਸ਼ਨਾ ਤੇ ਕੈਨੇਡੀਅਨ ਨਿਊਫਾਊਂਡਲੈਂਡ ਅਤੇ ਲੈਬਾਰਾਡ ਲੀਕਰ ਕਾਰਪੋਰੇਸ਼ਨ ਨੇ ਵੀ ਕਿਹਾ ਹੈ ਕਿ ਰੂਸੀ ਉਤਪਾਦਾਂ ਨੂੰ ਵੀ ਹਟਾ ਦੇਗੀ। NLC ਲੀਕਰ ਕਾਰਪੋਰੇਸ਼ਨ ਨੇ ਵੀ ਟਵੀਟ ਕੀਤਾ, ਜਿਸ ਵਿੱਚ ਨਿਊਫਾਊਂਡਲੈਂਡ ਅਤੇ ਲੈਬਾਡੋਰ ਲੀਕਰ ਕਾਰਪੋਰੇਸ਼ਨ ਪੂਰੇ ਕੈਨੇਡਾ ਵਿੱਚ ਸ਼ਰਾਬ ਦੇ ਹੋਰ ਅਧਿਕਾਰ ਖੇਤਰਾਂ ਦੇ ਨਾਲ-ਨਾਲ ਰੂਸੀ ਮੂਲ ਦੇ ਉਤਪਾਦਾਂ ਨੂੰ ਆਪਣੀਆਂ ਸ਼ੈਲਫਾਂ ਤੋਂ ਹਟਾਉਣ ਦਾ ਫੈਸਲਾ ਕੀਤਾ ਹੈ। ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਭਾਰਤ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ। ਉੱਥੇ ਹੀ ਪੋਲੈਂਡ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਭਾਰਤ ਦੀ ਮਦਦ ਕਰ ਰਿਹਾ। ਦਰਅਸਲ ਪੋਲੈਂਡ ਯੂਕਰੇਨ ਵਿੱਚ ਰੂਸੀ ਹਮਲੇ ਤੋਂ ਬਚ ਕੇ ਨਿਕਲਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਬਿਨਾਂ ਵੀਜ਼ਾ ਦੇ ਆਪਣੇ ਦੇਸ਼ ਵਿੱਚ ਦਾਖਲ ਹੋਣ ਦੀ ਆਗਿਆ ਦੇ ਰਿਹਾ। ਭਾਰਤ ਵਿੱਚ ਪੋਲੈਂਡ ਦੇ ਰਾਜਦੂਤ ਐਡਮ ਬਰੋਕਸੀ ਨੇ ਆਪਣੇ ਟਵਿੱਟਰ ਹੈਂਡਲ ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਬਰੋਕਸੀ ਨੇ ਟਵਿੱਟਰ ਤੇ ਕਿਹਾ, ਪੋਲੈਂਡ ਯੂਕਰੇਨ ਵਿੱਚ ਰੂਸੀ ਹਮਲੇ ਤੋਂ ਬਚ ਕੇ ਨਿਕਲਣ ਵਾਲੇ ਸਾਰੇ ਭਾਰਤੀ ਵਿਦਿਆਰਥੀਆਂ ਨੂੰ ਬਿਨਾਂ ਵੀਜ਼ਾ ਦੇ ਦਾਖਲ ਹੋਣ ਦੀ ਆਗਿਆ ਦੇ ਰਿਹਾ ਹੈ। ਯੂਕਰੇਨ ਵਿੱਚ ਰੂਸੀ ਹਮਲੇ ਵਿੱਚ ਹੁਣ ਤੱਕ 14 ਬੱਚਿਆਂ ਸਮੇਤ 352 ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ ਅਤੇ 116 ਬੱਚਿਆਂ ਸਮੇਤ 1684 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਨੇ। ਯੂਕਰੇਨ ਦੇ ਗ੍ਰਹਿ ਮੰਤਰਾਲਾ ਨੇ ਐਤਵਾਰ ਨੂੰ ਇਹ ਬਿਆਨ ਵਿੱਚ ਜਾਣਕਾਰੀ ਦਿੱਤੀ ਸੀ। ਰੂਸ ਅਤੇ ਯੂਕਰੇਨ ਵਿਚਾਲੇ ਜੰਗ 5ਵੇਂ ਦਿਨ ਜਾਰੀ ਹੈ। ਇਸ ਦੇ ਨਾਲ ਹੀ ਆਪਰੇਸ਼ਨ ਗੰਗਾ ਤਹਿਤ ਯੂਕਰੇਨ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਦਾ ਕੰਮ ਜਾਰੀ ਹੈ। 249 ਭਾਰਤੀ ਨਾਗਰਿਕਾਂ ਨਾਲ 에ਅਰ ਇੰਡੀਆ ਦੀ 5ਵੀਂ ਉਡਾਣ ਸੋਮਵਾਰ ਸਵੇਰੇ ਰੋਮਾਨੀਆ ਦੀ ਰਾਜਧਾਨੀ ਬੁਖਾਰੇਸਟ ਤੋਂ ਦਿੱਲੀ ਪਹੁੰਚੀ। 에ਅਰ ਇੰਡੀਆ ਦੀ 1942A ਫਲਾਈਟ ਨੇ
ਬੁਖਾਰੇਸਟ ਤੋਂ ਦਿੱਲੀ ਲਈ ਭਾਰਤੀ ਸਮੇਂ ਅਨੁਸਾਰ 12:30 ਵਜੇ ਉਡਾਣ ਭਰੀ ਸੀ। ਇਹ ਫਲਾਈਟ ਸੋਮਵਾਰ ਸਵੇਰੇ ਕਰੀਬ 6:30 ਵਜੇ ਦਿੱਲੀ ਪਹੁੰਚੀ। 3 ਦਿਨਾਂ ਵਿੱਚ ਹੁਣ ਤੱਕ 1156 ਭਾਰਤੀ ਯੂਕਰੇਨ ਤੋਂ ਸੁਰੱਖਿਅਤ ਪਰਤੇ ਨੇ। ਹਾਲਾਂਕਿ ਭਾਰਤੀ ਵਿਦੇਸ਼ ਸਕੱਤਰ ਸ਼੍ਰਿੰਗਲਾ ਦਾ ਕਹਿਣਾ ਹੈ ਕਿ ਭਾਰਤ ਨੇ ਯੂਕਰੇਨ ਤੋਂ ਆਪਣੇ ਲਗਭਗ 2000 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ। ਉਹਨਾਂ ਵਿੱਚੋਂ 1000 ਨੂੰ ਹੰਗਰੀ ਅਤੇ ਰੋਮਾਨੀਆ ਰਾਹੀਂ ਚਾਰਟਰਡ ਜਹਾਜ਼ਾਂ ਰਾਹੀਂ ਘਰ ਲਿਆਂਦਾ ਜਾ ਚੁੱਕਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਸ਼ਾਮ ਨੂੰ ਯੂਕਰੇਨ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਇੱਕ ਉੱਚ ਪੱਧਰੀ ਮੀਟਿੰਗ ਕੀਤੀ। ਇਸ ਤੋਂ ਪਹਿਲਾਂ ਵੀਰਵਾਰ ਨੂੰ ਪੀਐਮ ਮੋਦੀ ਨੇ ਦਿੱਲੀ ਵਿੱਚ ਸੁਰੱਖਿਆ ਤੇ ਇੱਕ ਕੈਬਨਿਟ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਸੀ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਸਰਕਾਰ ਦੀ ਪ੍ਰਮੁੱਖ ਤਰਜੀਹ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਹੈ। ਯੂਕਰੇਨ ਰੂਸ ਦੇ ਹਮਲੇ ਦੇ ਖਿਲਾਫ ਹੇਗ ਸਥਿਤ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਪਹੁੰਚ ਗਿਆ। ਯੂਕਰੇਨ ਨੇ ICJ ਨੂੰ ਅਪੀਲ ਕੀਤੀ ਹੈ ਕਿ ਉਹ ਰੂਸ ਨੂੰ ਤੁਰੰਤ ਹਮਲਾ ਰੋਕਣ ਦਾ ਹੁਕਮ ਦੇਵੇ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨੇ ਟਵੀਟ ਕੀਤਾ, ਯੂਕਰੇਨ ਨੇ ਅਧਿਕਾਰਤ ਤੌਰ ਤੇ ICJ ਵਿੱਚ ਰੂਸ ਦੇ ਖਿਲਾਫ ਇੱਕ ਪਟੀਸ਼ਨ ਦਾਇਰ ਕੀਤੀ। ਰੂਸ ਨੂੰ ਆਪਣੇ ਹਮਲੇ ਨੂੰ ਜਾਇਜ਼ ਠਹਿਰਾਉਣ ਲਈ ਨਸਲਕੁਸ਼ੀ ਦੀ ਧਾਰਨਾ ਬਣਾਉਣ ਲਈ ਜਵਾਬਦੇਹ ਹੋਣਾ ਚਾਹੀਦਾ ਹੈ। ਅਸੀਂ ਰੂਸ ਨੂੰ ਫੌਜੀ ਕਾਰਵਾਈ ਨੂੰ ਤੁਰੰਤ ਖਤਮ ਕਰਨ ਦਾ ਆਦੇਸ਼ ਦੇਣ ਦੀ ਅਪੀਲ ਕੀਤੀ ਹੈ। ਉਮੀਦ ਹੈ ਕਿ ਅਗਲੇ ਹਫ਼ਤੇ ਤੋਂ ਪਟੀਸ਼ਨ ਤੇ ਸੁਣਵਾਈ ਸ਼ੁਰੂ ਹੋ ਜਾਏਗੀ। ਨਿਊਜ਼ ਏਜੰਸੀ ਰਾਇਟਰਸ ਮੁਤਾਬਕ ਇਹ ਸਪਸ਼ਟ ਨਹੀਂ ਹੈ ਕਿ ਇਹ ਮਾਮਲਾ ਕਿਸ ਆਧਾਰ ਤੇ ਅੰਤਰਰਾਸ਼ਟਰੀ ਅਦਾਲਤ ਵਿੱਚ ਲਿਆਂਦਾ ਗਿਆ। ਇਸ ਸੰਬੰਧੀ ICJ ਦੇ ਅਧਿਕਾਰੀਆਂ ਨਾਲ ਸੰਪਰਕ ਨਹੀਂ ਹੋ ਸਕਿਆ। ICJ ਦੇ ਦੋ ਦੇਸ਼ਾਂ ਵਿਚਕਾਰ ਲੜਾਈ ਵਿੱਚ ਆਪਣੇ ਤੌਰ ਤੇ ਕੋਈ ਪਹਿਲ ਕਦਮੀ ਨਹੀਂ ਕਰਦਾ। ਯੂਕਰੇਨ ਨੂੰ ਇਹ ਦੱਸਣਾ ਹੋਏਗਾ ਕਿ ਸੰਯੁਕਤ ਰਾਸ਼ਟਰ ਸਮਝੌਤੇ ਦੀ ਉਲੰਘਣਾ ਦੇ ਆਧਾਰ ਤੇ ਇਸ ਮਾਮਲੇ ਦੀ ਪੈਰਵੀ ਕੀਤੀ ਜਾਵੇ। ਯੂਕਰੇਨ ਨੇ ਰੂਸ ਦੇ ਖਿਲਾਫ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਵਿੱਚ ਰੂਸ ਖਿਲਾਫ ਜੰਗੀ ਅਪਰਾਧਾਂ ਦੀ ਸ਼ਿਕਾਇਤ ਦਰਜ ਕਰਵਾਈ ਹੈ। 2014 ਵਿੱਚ ਰੂਸ ਵੱਲੋਂ ਕ੍ਰੀਮੀਆ ਨੂੰ ਆਪਣੇ ਕਬਜ਼ੇ ਵਿੱਚ ਲੈਣ ਤੋਂ ਬਾਅਦ ਉੱਥੇ ਯੂਕਰੇਨੀ ਫੌਜ ਅਤੇ ਰੂਸ ਪੱਖੀ ਬਾਗੀਆਂ ਵਿਚਕਾਰ ਲੜਾਈ ਸ਼ੁਰੂ ਹੋ ਗਈ। ਰੂਸ ਅਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ ਤੇ ਹੁਣ ਪਰਮਾਣੂ ਹਮਲੇ ਦਾ ਡਰ ਪੈਦਾ ਹੋ ਗਿਆ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪੱਛਮੀ ਦੇਸ਼ਾਂ ਨੂੰ ਪਰਮਾਣੂ ਹਮਲੇ ਦਾ ਡਰ ਦਿਖਾਇਆ। ਪੁਤਿਨ ਨੇ ਪਰਮਾਣੂ ਹਥਿਆਰਾਂ ਨਾਲ ਨਜਿੱਠਣ ਵਾਲੀ ਫੋਰਸ ਨੂੰ ਹਾਈ ਅਲਰਟ ਤੇ ਕਰਨ ਦਾ ਹੁਕਮ ਦਿੱਤਾ। ਤਾਜ਼ਾ ਖਬਰ ਹੈ ਕਿ ਪਰਮਾਣੂ ਹਮਲੇ ਦੀ ਯੋਜਨਾ ਬਣਾਉਣ ਵਿੱਚ ਬੈਲਾਰੂਸ ਰੂਸ ਦੀ ਮਦਦ ਕਰ ਰਿਹਾ। ਬੈਲਾਰੂਸ ਨੇ ਪੁਤਿਨ ਨੂੰ ਆਪਣੀਆਂ ਪਰਮਾਣੂ ਮਿਜ਼ਾਈਲਾਂ ਨੂੰ ਬੈਲਾਰੂਸ ਵਿੱਚ ਤਾਇਨਾਤ ਕਰਨ ਅਤੇ ਲੋੜ ਪੈਣ ਤੇ ਉੱਥੋਂ ਯੂਕਰੇਨ ਤੇ ਹਮਲਾ ਕਰਨ ਦੀ ਆਗਿਆ ਦੇ ਕੇ ਪਰਮਾਣੂ ਨਿਰਪੱਖਤਾ ਸੰਧੀ ਦੀ ਉਲੰਘਣਾ ਕੀਤੀ ਹੈ। ਇਸ ਤੋਂ ਬਾਅਦ ਦੁਨੀਆ ਵਿੱਚ ਪਰਮਾਣੂ ਯੁੱਧ ਦਾ ਡਰ ਵੱਧ ਗਿਆ। ਦੱਸ ਦਈਏ ਕਿ ਆਖਰੀ ਵਾਰ 1945 ਵਿੱਚ ਹੀਰੋਸ਼ੀਮਾ ਤੇ ਨਾਗਾਸਾਕੀ ਤੇ ਪਰਮਾਣੂ ਬੰਬ ਸੁੱਟੇ ਗਏ ਸੀ ਤੇ ਵੱਡੀ ਤਬਾਹੀ ਹੋਈ ਸੀ। ਯੂਕਰੇਨ ਦੇ ਰਾਸ਼ਟਰਪਤੀ ਨੇ ਅਗਲੇ 24 ਘੰਟਿਆਂ ਨੂੰ ਆਪਣੇ ਦੇਸ਼ ਲਈ ਮਹੱਤਵਪੂਰਨ ਦੱਸਿਆ ਹੈ। ਜਦੋਂ ਪੁਤਿਨ ਨੇ ਪਰਮਾਣੂ ਹਥਿਆਰਾਂ ਨੂੰ ਅਲਰਟ ਤੇ ਰੱਖਿਆ ਤਾਂ ਅਮਰੀਕਾ ਵੀ ਹਰਕਤ ਵਿੱਚ ਆ ਗਿਆ। ਅਮਰੀਕਾ ਨੇ ਆਪਣੀਆਂ ਰਣਨੀਤਿਕ ਮਿਜ਼ਾਈਲਾਂ ਨੂੰ ਅਲਰਟ ਤੇ ਰੱਖਿਆ ਹੈ। ਇਹਨਾਂ ਵਿੱਚ ਸੁਪਰਸੋਨਿਕ ਮਿਜ਼ਾਈਲਾਂ ਨੇ ਤੇ ਪਰਮਾਣੂ ਹਮਲੇ ਵੀ ਕਰ ਸਕਦੀਆਂ ਨੇ। ਅਮਰੀਕਾ ਨੇ ਪਰਮਾਣੂ ਹਥਿਆਰਾਂ ਨੂੰ ਅਲਰਟ ਤੇ ਰੱਖਣ ਤੇ ਰੂਸੀ ਕਦਮ ਨੂੰ ਖਤਰਨਾਕ ਤੇ ਅਸਵੀਕਾਰਯੋਗ ਕਰਾਰ ਦਿੱਤਾ ਹੈ। ਰੂਸੀ ਹਮਲੇ ਦਾ ਸੰਤਾਪ ਭੋਗ ਰਹੇ ਯੂਕਰੇਨ ਦੇ ਸਮਰਥਨ ਵਿੱਚ ਕੈਨੇਡਾ, ਅਮਰੀਕਾ ਸਣੇ ਕਈ ਮੁਲਕਾਂ ਦੇ ਲੋਕ ਸੜਕਾਂ ਤੇ ਉਤਰ ਆਏ ਨੇ। ਵੱਡੀ ਪੱਧਰ ਤੇ ਰੋਸ ਪ੍ਰਦਰਸ਼ਨ ਕਰਦਿਆਂ ਇਸ ਜੰਗ ਨੂੰ ਜਲਦ ਤੋਂ ਜਲਦ ਰੋਕਣ ਦੀ ਅਪੀਲ ਕੀਤੀ ਜਾ ਰਹੀ ਹੈ। ਕੈਨੇਡਾ ਦੀ ਗੱਲ ਕਰੀਏ ਤਾਂ ਬੀਤੇ ਦਿਨ ਟੋਰਾਂਟੋ ਵਿੱਚ ਹੋਏ ਰੋਸ ਪ੍ਰਦਰਸ਼ਨ ਮਗਰੋਂ ਵੈਨਕੂਵਰ ਤੇ ਮੌਂਟਰੀਅਲ ਵਿੱਚ ਵੀ ਸੈਂਕੜੇ ਲੋਕਾਂ ਨੇ ਯੂਕਰੇਨ ਦੇ ਸਮਰਥਨ ਵਿੱਚ ਰੋਸ ਵਿਖਾਵਾ ਕੀਤਾ। ਵੈਨਕੂਵਰ ਵਿੱਚ ਕੱਢੀ ਗਈ ਰੈਲੀ ਨੂੰ BC ਦੇ ਲਿਬਰਲ ਲੀਡਰ ਕੈਵਨ ਨੇ ਸੰਬੋਧਨ ਕਰਦਿਆਂ ਬ੍ਰਿਟਿਸ਼ ਕੋਲੰਬੀਆ ਦੇ ਸਾਰੇ ਲੋਕਾਂ ਨੂੰ ਰੂਸ ਦੇ ਹਮਲਾਵਰ ਰਵੱਈਏ ਵਿਰੁੱਧ ਇਕਜੁੱਟ ਹੋਣ ਦਾ ਸੱਦਾ ਦਿੱਤਾ। ਲਾਸ ਵੇਗਾਸ ਵਿੱਚ ਇੱਕ ਹੁੱਕਾ ਲਾਉਂਜ ਵਿੱਚ ਚੱਲ ਰਹੀ ਪਾਰਟੀ ਦੌਰਾਨ ਤਕਰਾਰ ਉਪਰੰਤ ਗੋਲੀਆਂ ਚੱਲੀਆਂ ਅਤੇ ਗੋਲੀਆਂ ਚੱਲਣ ਕਾਰਨ 14 ਵਿਅਕਤੀ ਜ਼ਖਮੀ ਹੋ ਗਏ ਤੇ ਇੱਕ ਵਿਅਕਤੀ ਦੀ ਮੌਤ ਹੋ ਗਈ। ਜ਼ਖਮੀਆਂ ਵਿੱਚੋਂ 2 ਦੀ ਹਾਲਤ ਗੰਭੀਰ ਹੈ। ਲਾਸ ਵੇਗਾਸ ਮੈਟਰੋਪੋਲੀਟਨ ਪੁਲਿਸ ਵਿਭਾਗ ਦੇ ਅਧਿਕਾਰੀ ਕੈਪਟਨ ਡੋਰੀ ਕੋਰੇਨ ਨੇ ਕਿਹਾ ਕਿ ਪੁਲਿਸ ਦਾ ਵਿਸ਼ਵਾਸ ਹੈ ਕਿ ਪਾਰਟੀ ਵਿੱਚ 2 ਵਿਅਕਤੀਆਂ ਵਿਚਾਲੇ ਤਕਰਾਰ ਹੋਣ ਉਪਰੰਤ ਝਗੜਾ ਇੰਨਾ ਵੱਧ ਗਿਆ ਕਿ ਗੋਲੀਆਂ ਚੱਲ ਗਈਆਂ। ਉਹਨਾਂ ਨੇ ਕਿਹਾ ਕਿ ਘਟਨਾ ਉਪਰੰਤ ਸ਼ੱਕੀ ਵਿਅਕਤੀ ਫਰਾਰ ਹੋ ਗਏ ਪਰ ਉਹਨਾਂ ਨੂੰ ਜਲਦੀ ਕਾਬੂ ਕਰ ਲਿਆ ਜਾਏਗਾ। ਕੋਰੇਨ ਦਾ ਕਹਿਣਾ ਹੈ ਕਿ ਪੁਲਿਸ ਅਜੇ ਇਹ ਨਹੀਂ ਜਾਣਦੀ ਕਿ ਗੋਲਾਬਾਰੀ ਵਿੱਚ ਕਿੰਨੇ ਲੋਕ ਸ਼ਾਮਲ ਸਨ ਪਰ ਘੱਟੋ-ਘੱਟ 2 ਵਿਅਕਤੀਆਂ ਵਿਚਾਲੇ ਗੋਲੀਆਂ ਦਾ ਵਟਾਂਦਰਾ ਹੋਇਆ ਹੋ ਸਕਦਾ ਹੈ। ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਵਿਖੇ ਮਨਾਏ ਜਾਂਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਵਸਤਰ ਸ੍ਰੀ ਚੋਲਾ ਸਾਹਿਬ ਦੇ ਜੋੜ ਮੇਲੇ ਨੂੰ ਸਮਰਪਿਤ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਪੁੱਜਣੀ ਸ਼ੁਰੂ ਹੋ ਗਈ ਹੈ। ਦੱਸ ਦਈਏ ਕਿ ਚੋਲਾ ਸਾਹਿਬ ਜੀ ਦੇ ਦਰਸ਼ਨ ਕਰਨ ਉਪਰੰਤ ਸੰਗਤ ਭਾਰਤ-ਪਾਕਿਸਤਾਨ ਸਰਹੱਦ ਜ਼ੀਰੋ ਲਾਈਨ ਤੇ ਬਣੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਦਰਸ਼ਨ ਸਥਲ ਉੱਪਰ ਪਹੁੰਚ ਰਹੀ ਹੈ ਅਤੇ ਤੱਸੀ ਬੰਦ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੀ ਹੈ।
ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਖੰਡਿਆਲਾ ਸੈਣੀਆਂ ਤੋਂ ਡੇਰਾ ਬਾਬਾ ਨਾਨਕ ਪੁੱਜਣ ਵਾਲੇ ਪੈਦਲ ਸੰਘ ਯਾਤਰਾ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤ ਸ਼ਾਮਲ ਹੁੰਦੀ ਹੈ। ਜਿੱਥੇ ਸੰਗਤ ਦੀ ਸੇਵਾ ਲਈ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਨੇ, ਉੱਥੇ ਸੰਗਤ ਦੇ ਵਿਸ਼ਰਾਮ ਲਈ ਵੀ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਤੋਂ ਇਲਾਵਾ ਹੋਰਨਾਂ ਥਾਵਾਂ ਤੇ ਇੰਤਜ਼ਾਮ ਕੀਤੇ ਗਏ ਨੇ। ਇਸ ਸੰਬੰਧੀ ਪੁਲਿਸ ਪ੍ਰਸ਼ਾਸਨ ਵੱਲੋਂ ਆਵਾਜਾਈ ਸਮੱਸਿਆ ਨੂੰ ਸੁਖਾਵਾਂ ਬਣਾਉਣ ਲਈ ਵੀ ਢੁਕਵੇਂ ਪ੍ਰਬੰਧ ਕੀਤੇ ਗਏ ਨੇ। ਦਰਸ਼ਨ ਸਥਲ ਦੇ ਨਾਲ ਲੱਗਦੇ ਗੁਰਦੁਆਰਾ ਬਾਬਾ ਸਿੱਧ ਸੂਹ ਰੰਧਾਵਾ ਵਿਖੇ ਵੀ ਲੰਗਰਾਂ ਦੇ ਢੁਕਵੇਂ ਪ੍ਰਬੰਧ ਕੀਤੇ ਗਏ ਨੇ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਬਰਨ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ ਯੂਐਸਏ ਟੀਵੀ ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।